ਡੀਅਰ ਸਟੂਡੈਂਟਸ, ਮੇਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਡਿਫਰੈਂਸ਼ੀਏਬਿਲਟੀ ਨੂੰ ਅਤੇ ਉਹਦੇ ਨਾਲ ਰਿਲੇਟਡ ਕਨਸੈਪਟਸ ਨੂੰ ਡਿਸਕਸ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਜੋ ਸਾਡਾ ਟੌਪਿਕ ਆਫ ਡਿਸਕਸ਼ਨ ਹੈਗੇ, ਜਿਹੜੇ ਟੌਪਿਕਸ ਅਸੀਂ ਪੜ੍ਹਦੇ ਹਾਂ, ਟੌਪਿਕਸ ਆਫ ਡਿਸਕਸ਼ਨ ਜਿਹੜੇ ਹੈਗੇ, ਡਿਫਰੈਂਸ਼ੀਏਬਿਲਟੀ ਹੈ, ਚੇਨ ਰੂਲ ਹੈ, ਡੈਰੀਵੇਟਿਵ ਆਫ ਇੰਪਲੀਸਿਟ ਫੰਕਸ਼ਨਸ ਹੈ, ਡੈਰੀਵੇਟਿਵ ਆਫ ਇਨਵਰਸ ਟ੍ਰਿਗੋਨੋਮੈਟ੍ਰਿਕ ਫੰਕਸ਼ਨਸ ਹੈ, ਅਤੇ ਡੈਰੀਵੇਟਿਵ ਆਫ ਐਕਸਪੋਨੈਂਸ਼ੀਅਲ ਐਂਡ ਲੋਗਰਿਥਮਿਕ ਫੰਕਸ਼ਨਸ ਹੈ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਅੱਜ ਦੀ ਡੈਫੀਨੇਸ਼ਨ ਆ, ਉਸ ਡਿਫਰੈਂਸ਼ੀਏਬਿਲਟੀ ਆਫ ਅ ਫੰਕਸ਼ਨ ਕੀ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਇਹਦੀ ਜਿਹੜੀ ਰਿਕੁਆਇਰਮੈਂਟ ਹੈ, ਐਜ਼ ਪਰ ਦਾ ਡੈਫੀਨੇਸ਼ਨ, ਸਾਨੂੰ ਇੱਕ ਫੰਕਸ਼ਨ ਕਲੋਜ਼ਡ ਇੰਟਰਵਲ AB 'ਤੇ ਡਿਫਾਈਨ ਹੈ ਅਤੇ ਰੀਅਲ ਵੈਲਿਊਡ ਹੈ, ਕੰਟੀਨਿਊਸ ਦਿੱਤਾ ਹੋਇਆ ਫੰਕਸ਼ਨ ਸੀ, ਕੰਟੀਨਿਊਸ ਹੋਣਾ ਚਾਹੀਦਾ, ਪਹਿਲੀ ਸ਼ਰਤ ਉਹਦੀ। ਤਾਂ f(x) ਟੂ ਬੀ ਡਿਫਰੈਂਸ਼ੀਏਬਲ ਐਟ x ਇਕੁਅਲ ਟੂ c, ਤਾਂ ਉਹਦੀ ਆਹ ਡੈਫੀਨੇਸ਼ਨ ਹੈ ਜੀ, ਰਾਈਟ ਹੈਂਡ ਡੈਰੀਵੇਟਿਵ ਅਤੇ ਲੈਫਟ ਹੈਂਡ ਡੈਰੀਵੇਟਿਵ। ਆਹ ਉਹਦੀਆਂ ਕੁਝ ਨੋਟੇਸ਼ਨਸ ਹੈਗੀਆਂ, ਬਿਲਕੁਲ ਲਿਮਟ ਵਾਂਗੂ ਹੀ ਕਰਦਾ ਇਹ। ਤਾਂ ਉਹਦੇ ਜਿਹੜੇ ਉਹਦੀਆਂ ਨੋਟੇਸ਼ਨਸ, ਆਹ ਐਫ ਡੈਸ਼ ਹੈ, F1 ਹੈ, ਡੀ ਡੈਸ਼, ਆਹ ਸਾਰੀਆਂ ਅਲਟਰਨੇਟਿਵ ਜਿਹੜੀਆਂ ਉਹਦੀਆਂ ਨੋਟੇਸ਼ਨਸ ਹੈ। ਕੋਈ ਵੀ ਤੁਹਾਨੂੰ ਐਗਜ਼ਾਮੀਨਰ ਦੇ ਕੇ ਐਗਜ਼ਾਮ 'ਚ ਦੇ ਕੇ ਪੁੱਛ ਸਕਦਾ ਇਹਦੇ ਬਾਰੇ। ਸੋ ਥੋੜ੍ਹਾ ਜਿਹਾ ਇਹਦੇ ਬਾਰੇ, ਜੇ ਸਪੋਜ਼ ਕਰੋ ਵੀ ਸਾਡੇ ਕੋਲ ਇੱਕ y ਇਕੁਅਲ ਟੂ f(x) ਕੋਈ ਕੰਟੀਨਿਊਸ ਫੰਕਸ਼ਨ ਹੈ, ਕੰਟੀਨਿਊਸ ਫੰਕਸ਼ਨ ਹੈ, ਕਿਸੇ ਕਲੋਜ਼ਡ ਇੰਟਰਵਲ AB 'ਤੇ ਹੈ। ਸੋ ਮਤਲਬ ਸਮਥਿੰਗ ਲਾਈਕ ਦਿਸ। ਸੋ ਇੱਦਾਂ ਕਰ ਲਓ। ਸੋ ਆਹ ਸਾਡੇ ਕੋਲ A ਪੁਆਇੰਟ ਹੈ, ਆਹ ਸਾਡੇ ਕੋਲ ਕੋਈ B ਪੁਆਇੰਟ ਹੈ। ਸੋ ਇਹ ਸਾਡਾ ਜਿਹੜਾ ਗ੍ਰਾਫ ਹੈਗਾ, ਉਹ y ਇਕੁਅਲ ਟੂ f(x) ਦਾ ਗ੍ਰਾਫ ਹੈਗਾ। ਦੇਖੋ ਕੰਟੀਨਿਊਸ ਹੈ, ਕਿਤੇ ਕੋਈ ਬ੍ਰੇਕੇਜ ਨਹੀਂ ਹੈਗੀ। ਸੋ ਇਹਦੇ ਵਿੱਚ ਅਸੀਂ ਡੋਮੇਨ ਦੇ ਵਿੱਚ ਕੋਈ, ਇਹਦੇ 'ਚ AB ਦੇ ਵਿਚਕਾਰ ਕੋਈ ਇੱਥੇ C ਪੁਆਇੰਟ ਲੈ ਲਿਆ। ਤਾਂ ਆਹ ਵਾਲਾ ਪੁਆਇੰਟ ਹੈ ਜਿਹੜਾ, ਫਿਰ ਇਹ ਪੁਆਇੰਟ ਕੀ ਬਣ ਜਾਣਾ, C ਅਤੇ FC ਬਣ ਜਾਣਾ। ਸਪੋਜ਼ ਮੈਂ ਇਸ ਪੁਆਇੰਟ ਨੂੰ ਕਹਿ ਦਿੰਦਾ P। ਸੋ ਮੇਰੇ ਕੋਲ P ਜਿਹੜਾ ਪੁਆਇੰਟ ਹੈਗਾ, ਦੈਟ ਇਜ਼ CFC। ਸੋ ਅਸੀਂ ਕੀ ਕੀਤਾ, ਥੋੜ੍ਹਾ ਜਿਹਾ ਇੱਥੇ ਇਹਨੂੰ ਅਸੀਂ ਡਿਸਟੈਂਸ H ਲੈ ਲਿਆ, ਅਤੇ ਆਹ ਜਿਹੜਾ ਪੁਆਇੰਟ ਫਿਰ ਸਾਡਾ ਹੋ ਜਾਣਾ C+H, ਅਤੇ ਆਹ ਇੱਥੇ ਮੈਂ Q ਪੁਆਇੰਟ ਕਹਿ ਤਾ, ਅਤੇ ਇਹ ਮੇਰਾ Q ਪੁਆਇੰਟ ਜਿਹੜਾ ਹੋ ਜਾਣਾ, ਉਹ ਹੋ ਜਾਣਾ ਜੀ C+H FC+H। ਸੋ Q ਪੁਆਇੰਟ ਕੀ ਹੋ ਗਿਆ ਸਾਡੇ ਕੋਲ, C+H FC+H। ਆਹ ਹੋ ਗਿਆ ਸੀ। ਹੁਣ ਜੇਕਰ ਮੈਂ ਇਹਨੂੰ ਕਲਰ ਚੇਂਜ ਕਰਕੇ ਲਿਖਦਾ, P ਅਤੇ Q ਨੂੰ ਇੱਦਾਂ ਮਿਲਾ ਦਾਂ, PQ ਨੂੰ, ਤਾਂ ਸਲੋਪ ਆਫ PQ ਕੀ ਹੋਊਗੀ, ਸਲੋਪ ਆਫ PQ ਤੁਹਾਨੂੰ ਯਾਦ ਹੋਣਾ, ਅਗਰ ਦੋ ਪੁਆਇੰਟ ਦਿੱਤੇ ਹੋਣ ਇੱਦਾਂ x1 y1, ਸੋ x2 y2, ਤਾਂ ਇਹਦੀ ਸਲੋਪ ਕੀ ਹੁੰਦੀ ਹੈ, y2 - y1 ਅਪੋਨ x2 - x1। ਸੋ ਇਹਦੇ ਅਕੋਰਡਿੰਗ ਦੀ ਸਲੋਪ ਕਿੰਨੀ ਹੋਗੀ ਫਿਰ, FC+H -FC ਅਪੋਨ C+H -C ਕੈਂਸਲ ਹੋ ਗਿਆ। ਸੋ ਸਲੋਪ ਆਫ PQ ਜਿਹੜੀ ਹੋਗੀ FC+H -FC ਅਪੋਨ H। ਹੁਣ ਤੁਸੀਂ ਨੋਟ ਕਰੋ, ਅਗਰ ਮੈਂ H ਨੂੰ 0 ਨੂੰ ਅਪਰੋਚ ਕਰਦਾ, ਤਾਂ ਆਹ ਜਿਹੜਾ ਡਿਸਟੈਂਸ ਆ ਘੱਟ ਜੂਗਾ, ਅਤੇ ਜਿਹੜਾ Q ਵਾਲਾ ਪੁਆਇੰਟ ਆ ਮੂਵ ਕਰਕੇ ਓਵਰਲੈਪ ਕਰ ਜੂਗਾ P 'ਤੇ। ਤਾਂ ਇਹ ਜਿਹੜੀ ਫਿਰ ਲਾਈਨ ਸੀ, ਸਟੇਟ ਲਾਈਨ ਆ ਜਿਹੜੀ ਮੈਂ ਬਣਾਈ ਹੋਈ ਹੈ ਰੈਡ ਨਾਲ, ਇਹਨੇ ਕੀ ਬਣ ਜਾਣਾ, ਫਿਰ ਇਹਨੇ ਟੇਂਜੈਂਟ ਬਣ ਜਾਣਾ। ਸੋ ਸਲੋਪ ਆਫ ਟੇਂਜੈਂਟ ਕਿਹਦੇ ਕੋਲ ਹੋ ਜਾਣੀ ਹੈ, ਐਟ x ਇਕੁਅਲ ਟੂ C, ਲਿਮਿਟ H ਅਪਰੋਚ ਟੂ 0, FC+H -FC ਅਪੋਨ H। ਅਤੇ ਇਹੀ ਡੈਫੀਨੇਸ਼ਨ ਸਾਡੀ ਕਿਹਦੀ ਹੁੰਦੀ ਹੈ, ਉਹ ਸਾਡੀ ਡੈਰੀਵੇਟਿਵ ਦੀ ਹੁੰਦੀ ਹੈ, dv/dx ਐਟ x ਇਕੁਅਲ ਟੂ C। ਸੋ ਕੀ ਹੋਇਆ, ਜਿਹੜੀ ਹੁਣ ਗੱਲ ਕਹੀ ਹੈ ਵੀ ਜੋਮੈਟਰੀਕਲੀ ਅਗਰ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਕਿਸੇ ਪੁਆਇੰਟ 'ਤੇ, ਤਾਂ ਉਸ ਜਗ੍ਹਾ ਦੇ ਉੱਤੇ ਇੱਕ ਯੂਨੀਕ ਟੇਂਜੈਂਟ ਐਗਜ਼ਿਸਟ ਕਰਦਾ ਹੁੰਦਾ। ਸੋ ਆਹ ਜਿਹੜੀਆਂ ਸਾਰੀਆਂ ਸਟੇਟਮੈਂਟਸ ਇਕੁਅਲੈਂਟ ਹੈ ਡਿਫਰੈਂਸ਼ੀਏਬਿਲਟੀ ਨੂੰ ਲੈ ਕੇ। ਅਗਰ ਫੰਕਸ਼ਨ ਕੋਈ ਡਿਫਰੈਂਸ਼ੀਏਬਲ ਹੈ, ਤਾਂ ਆਹ ਵਾਲੀ ਲਿਮਟ ਐਗਜ਼ਿਸਟ ਕਰੂਗੀ ਫਾਈਨਟਲੀ। ਫਿਰ ਇਹ ਕਿਉਂਕਿ ਲਿਮਟ ਦਾ ਫਿਰ ਕੰਸੈਪਟ ਆ ਗਿਆ ਵੀ ਲਿਮਟ ਕਦੋਂ ਐਗਜ਼ਿਸਟ ਕਰਦੀ ਹੁੰਦੀ ਹੈ, ਜਦੋਂ ਲੈਫਟ ਹੈਂਡ ਲਿਮਟ ਲੈਂਦੇ ਹਾਂ, ਰਾਈਟ ਹੈਂਡ ਲਿਮਟ ਲੈਂਦੇ ਹਾਂ। ਇੱਥੇ ਲੈਫਟ ਰਾਈਟ ਦਾ ਕੰਸੈਪਟ ਲੈ ਜਾਂਦਾ, ਅਤੇ x ਨੂੰ ਰਿਪਲੇਸ ਕਰਤਾ, C ਨੂੰ ਰਿਪਲੇਸ ਕਰਤਾ। C ਜਦੋਂ ਤੁਸੀਂ ਇਹਦੀ ਵੈਲਿਊ ਫਿਲ ਕਰ ਲਓਗੇ C - H ਨਾਲ, ਅਤੇ H 0 ਨੂੰ ਅਪਰੋਚ ਕਰਾਤਾ, ਤਾਂ ਉਹਦਾ ਅਲਟਰਨੇਟਿਵ ਆਹ ਹੋ ਗਿਆ, ਅਤੇ ਇੱਕ ਲੈਫਟ ਹੈਂਡ ਡੈਰੀਵੇਟਿਵ ਹੋ ਗਿਆ, ਇੱਕ ਰਾਈਟ ਹੈਂਡ ਹੋ ਗਿਆ। ਸੋ ਇਹ ਸਾਰੀਆਂ ਦੀਆਂ ਸਾਰੀਆਂ ਕੰਡੀਸ਼ਨਸ ਆ ਜਿਹੜੀਆਂ ਇਕੁਇਵਲੈਂਟ ਹੈਗੀਆਂ ਸੀ, ਇਹ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਅਤੇ ਜੋ ਨੋਨ ਡਿਫਰੈਂਸ਼ੀਏਬਿਲਟੀ ਕੀ ਹੁੰਦੀ ਹੈ, ਜਦੋਂ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੈਗਾ, ਮਤਲਬ ਉਹਦੀ ਲਿਮਿਟ ਐਗਜ਼ਿਸਟ ਨਹੀਂ ਕਰਦੀ। ਲਿਮਿਟ ਐਗਜ਼ਿਸਟ ਨਾ ਕਰਨ ਦਾ ਮਤਲਬ ਕੀ ਹੈ, ਉਹਦਾ ਲੈਫਟ ਹੈਂਡ ਡੈਰੀਵੇਟਿਵ ਅਤੇ ਰਾਈਟ ਹੈਂਡ ਡੈਰੀਵੇਟਿਵ ਨਹੀਂ ਇਕੁਅਲ ਹੈਗਾ। ਤਾਂ
ਸੋ ਜੇ ਕਿਸੇ ਡਿਫਰੈਂਸ਼ੀਏਬਿਲਟੀ ਚੈੱਕ ਕਰਨੀ ਹੋਵੇ ਕਿਸੇ ਫੰਕਸ਼ਨ ਦੀ ਤਾਂ ਸਭ ਤੋਂ ਪਹਿਲੀ ਸ਼ਰਤ ਇਹ ਹੁੰਦੀ ਹੈ ਵੀ ਉਹ ਫੰਕਸ਼ਨ ਉਸ ਪੁਆਇੰਟ ਤੇ ਕੰਟੀਨਿਊਸ ਹੋਣਾ ਚਾਹੀਦਾ। ਇਫ ਅ ਫੰਕਸ਼ਨ ਐਫ ਐਕਸ ਇਜ਼ ਡਿਸਕੰਟੀਨਿਊਸ ਐਟ ਏ ਪੁਆਇੰਟ ਦੈਨ ਇਟਸ ਨਾਟ ਡਿਫਰੈਂਸ਼ੀਏਬਲ। ਅਗਰ ਸਾਨੂੰ ਇਹ ਪਤਾ ਲੱਗ ਜਾਏ ਕੋਈ ਫੰਕਸ਼ਨ ਉਸ ਪੁਆਇੰਟ ਦੇ ਉੱਤੇ ਡਿਸਕੰਟੀਨਿਊਸ ਹੈਗਾ, ਕੰਟੀਨਿਊਸ ਨਹੀਂ ਹੈਗਾ, ਤਾਂ ਦਿਨ ਇਹਦਾ ਮਤਲਬ ਆ ਵੀ ਉਹ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੁੰਦਾ। ਸੋ ਇੱਕ ਹੋਰ ਗੱਲ ਇੱਥੇ ਤੁਸੀਂ ਨੋਟ ਕਰੋ ਵੀ ਸਪੋਜ਼ ਕਰੋ ਵੀ ਅਸੀਂ ਲਿਮਟ ਐਕਸ ਅਪਰੋਚ ਟੂ ਸੀ ਐਫ ਐਕਸ ਮਾਈਨਸ ਐਫ ਸੀ ਦੇਖੀਏ ਤਾਂ ਤੁਸੀਂ ਨੋਟ ਕਰੋਗੇ ਅਸੀਂ ਇਹਨੂੰ ਕੀ ਮੈਂ ਡਿਵਾਈਡ ਕਰਤਾ ਐਫ ਐਕਸ ਮਾਈਨਸ ਐਫ ਸੀ, ਐਕਸ ਮਾਈਨਸ ਸੀ ਨਾਲ ਡਿਵਾਈਡ ਕਰਤਾ, ਐਕਸ ਮਾਈਨਸ ਸੀ ਨਾਲ ਇਹਨੂੰ ਮਲਟੀਪਲਾਈ ਕਰਤਾ, ਅਲੱਗ ਅਲੱਗ ਕਰਤੀ ਲਿਮਟ ਜੀ। ਲਿਮਟ ਐਕਸ ਅਪਰੋਚ ਟੂ ਸੀ ਇੱਥੇ ਮੇਰੇ ਕੋਲ ਹੋ ਗਿਆ ਐਫ ਐਕਸ ਮਾਈਨਸ ਐਫ ਸੀ ਐਕਸ ਮਾਈਨਸ ਸੀ ਇੰਟੂ ਲਿਮਟ ਐਕਸ ਅਪਰੋਚ ਟੂ ਸੀ ਐਕਸ ਮਾਈਨਸ ਸੀ। ਸੋ ਆਹ ਤੁਹਾਡਾ ਡੈਰੀਵੇਟਿਵ ਹੋ ਗਿਆ ਐਫ ਡੈਸ਼ ਸੀ ਅਤੇ ਆਹ ਤੁਹਾਡੇ ਕੋਲ ਹੋ ਗਿਆ ਜੀ 0 ਅਤੇ ਇਹ ਕਿੰਨਾ ਹੋ ਗਿਆ 0। ਸੋ ਇਹਨੂੰ ਥੋੜ੍ਹਾ ਮਾਈਂਡ ਐਪ ਕਰਕੇ ਲਿਖਤਾ ਐਫ ਐਕਸ ਇਜ਼ ਇਕੁਅਲ ਟੂ ਐਫ ਸੀ। ਇਹਦਾ ਮਤਲਬ ਕੀ ਹੈ ਐਫ ਇਜ਼ ਕੰਟੀਨਿਊਸ ਐਟ ਐਕਸ ਇਕੁਅਲ ਟੂ ਸੀ। ਸੋ ਸਾਡੇ ਕੋਲ ਕੀ ਇੱਥੋਂ ਗੱਲ ਆ ਗਈ ਵੀ ਅਗਰ ਐਵਰੀ ਡਿਫਰੈਂਸ਼ੀਅਲ ਫੰਕਸ਼ਨ ਇਜ਼ ਕੰਟੀਨਿਊਸ, ਇਹਦਾ ਮਤਲਬ ਕੀ ਹੈ ਦਸ ਇਫ ਐਫ ਡੈਸ਼ ਸੀ ਐਗਜ਼ਿਸਟਸ ਦੈਨ ਐਫ ਐਕਸ ਇਜ਼ ਡਰਾਈਵੇਬਲ ਐਟ ਐਕਸ ਇਕੁਅਲ ਟੂ ਸੀ ਇੰਪਲਾਈਜ਼ ਐਫ ਇਜ਼ ਕੰਟੀਨਿਊ। ਮਤਲਬ ਡਿਫਰੈਂਸ਼ੀਏਬਿਲਿਟੀ ਇੰਪਲਾਈਜ਼ ਕੰਟੀਨਿਊਟੀ। ਅਗਰ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਉਸ ਪੁਆਇੰਟ ਦੇ ਉੱਤੇ ਕੰਟੀਨਿਊਸ ਹੋ ਹੀ ਹੋਊਗਾ। ਕਨਵਰਸ ਇਜ਼ ਨਾਟ ਟਰੂ, ਐਵਰੀ ਕੰਟੀਨਿਊਸ ਫੰਕਸ਼ਨ ਨੀਡ ਨਾਟ ਬੀ ਡਿਫਰੈਂਸ਼ੀਏਬਲ। ਕਈ ਵਾਰੀ ਪੇਪਰ 'ਚ ਇਹਦੀ ਐਗਜ਼ਾਮਪਲ ਪੁੱਛ ਲੈਂਦਾ ਤਾਂ ਇਹਦੀ ਐਗਜ਼ਾਮਪਲ ਬੜੀ ਅੱਛੀ ਹੈ, ਉਹ ਹੈਗੀ ਮੋਡ ਐਕਸ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਇਹਦਾ ਗ੍ਰਾਫ ਬਣਦਾ ਇੱਦਾਂ ਦਿਸ ਵਨ। ਸੋ ਇਹ ਫੰਕਸ਼ਨ ਹੈ ਜਿਹੜਾ ਇਹ ਕੰਟੀਨਿਊਸ ਹੈ ਬਟ ਇੱਥੇ ਸ਼ਾਰਪ ਕਾਰਨਰ ਪੁਆਇੰਟ ਬਣਦਾ ਹੁੰਦਾ, ਸ਼ਾਰਪ ਕਾਰਨਰ ਪੁਆਇੰਟ। ਸੋ ਇਹ ਡਿਫਰੈਂਸ਼ੀਏਬਲ ਨਹੀਂ ਹੁੰਦਾ ਹੈਗਾ, ਇਹ ਕੰਟੀਨਿਊਸ ਹੈਗਾ ਬਟ ਨਾਟ ਡਿਫਰੈਂਸ਼ੀਏਬਲ। ਸੋ ਹੁਣ ਇਹਦਾ ਮਤਲਬ ਵੀ ਹੁਣ ਕੋਈ ਫੰਕਸ਼ਨ ਕਿਸੇ ਪੁਆਇੰਟ ਦੇ ਉੱਤੇ ਡਿਫਰੈਂਸ਼ੀਏਬਲ ਨਹੀਂ ਹੈਗਾ ਤਾਂ ਉਹਦੀਆਂ ਦੋ ਹੀ ਪੋਸੀਬਿਲਿਟੀਜ਼ ਹੈ। ਜਿਹੜੇ ਪੁਆਇੰਟ 'ਤੇ ਉਹ ਡਿਫਰੈਂਸ਼ੀਏਬਲ ਨਹੀਂ ਹੈਗਾ ਜਾਂ ਤਾਂ ਉਹ ਪੁਆਇੰਟ ਜਿਹੜਾ ਹੈਗਾ ਉਹ ਸ਼ਾਰਪ ਕਾਰਨਰ ਪੁਆਇੰਟ ਹੈ ਅਤੇ ਜਾਂ ਫਿਰ ਉਹਦੇ 'ਤੇ ਕੀ ਆ ਉਹ ਗ੍ਰਾਫ ਟੁੱਟਿਆ ਹੋਇਆ ਡਿਸਕੰਟੀਨਿਊਸ ਹੈ। ਤਾਂ ਅਗਰ ਡਿਫਰੈਂਸ਼ੀਏਬਿਲਿਟੀ ਨੇ ਸੈੱਟ ਦੇਖਣੀ ਆ ਤਾਂ ਅਗਰ ਡੋਮੇਨ ਦੇ ਸਾਰੇ ਪੁਆਇੰਟ 'ਤੇ ਹੀ ਹੈਗਾ ਡਿਫਰੈਂਸ਼ੀਏਬਲ ਆ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਫੰਕਸ਼ਨ ਹੈ ਡਿਫਰੈਂਸ਼ੀਏਬਲ ਹੈ। ਫੰਕਸ਼ਨ ਇਜ਼ ਸੈੱਟ ਟੂ ਬੀ ਡਿਫਰੈਂਸ਼ੀਏਬਲ ਫੰਕਸ਼ਨ ਜਿਵੇਂ ਆਪਾਂ ਕੰਟੀਨਿਊਟੀ ਐਟ ਏ ਪੁਆਇੰਟ ਤੋਂ ਕੰਟੀਨਿਊਸ ਫੰਕਸ਼ਨ ਦੀ ਗੱਲ ਕੀਤੀ ਸੀ ਉਵੇਂ ਅਸੀਂ ਡਿਫਰੈਂਸ਼ੀਏਬਿਲਿਟੀ ਦੀ ਗੱਲ ਕਰ ਰਹੇ ਹਾਂ ਵੀ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਫੰਕਸ਼ਨ ਹੋਊਗਾ ਇਫ ਇਟ ਇਜ਼ ਡਿਫਰੈਂਸ਼ੀਏਬਲ ਐਟ ਐਵਰੀ ਪੁਆਇੰਟ ਆਫ ਇਟਸ ਡੋਮੇਨ। ਉਸ ਤੋਂ ਬਾਅਦ ਅਸੀਂ ਇਫ ਏ ਫੰਕਸ਼ਨ ਇਜ਼ ਡਿਫਰੈਂਸ਼ੀਏਬਲ ਐਟ ਈਚ x belongs to real number then it's said to be differentiable everywhere। ਉਸ ਤੋਂ ਬਾਅਦ ਕੁਝ ਇੰਪੋਰਟੈਂਟ ਰਿਜ਼ਲਟਸ ਅਸੀਂ ਜਿਹੜੇ ਧਿਆਨ ਦੇਣ ਵਾਲੇ ਆ। ਐਵਰੀ ਪੋਲੀਨੋਮੀਅਲ ਫੰਕਸ਼ਨ ਇਜ਼ ਡਿਫਰੈਂਸ਼ੀਏਬਲ, ਯਾਦ ਰੱਖਿਓ ਜਦੋਂ ਆਪਾਂ ਮੀਨ ਵੈਲਿਊ ਥਿਓਰਮਸ ਕਰਾਂਗੇ ਉਦੋਂ ਇਹਦਾ ਆਰਗੂਮੈਂਟ ਦੇਵਾਂਗੇ। ਦ ਐਕਸਪੋਨੈਂਸ਼ੀਅਲ ਫੰਕਸ਼ਨ ਇਹ ਤੁਹਾਡਾ ਡਿਫਰੈਂਸ਼ੀਏਬਲ ਹੁੰਦਾ ਹੈ, ਕਾਂਸਟੈਂਟ ਫੰਕਸ਼ਨ ਡਿਫਰੈਂਸ਼ੀਏਬਲ ਹੈ, ਲੌਗ ਫੰਕਸ਼ਨ ਡਿਫਰੈਂਸ਼ੀਏਬਲ ਹੈ ਇਹਦੀ ਡੋਮੇਨ ਦੇ ਵਿੱਚ। ਟ੍ਰਿਗਨੋਮੈਟ੍ਰਿਕ ਐਂਡ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਆਲ ਆਰ ਕੰਟੀਨਿਊਸ ਇਨ ਦੇਅਰ ਰਿਸਪੈਕਟਿਵ ਡੋਮੇਨਸ। ਉਸ ਤੋਂ ਬਾਅਦ ਦਾ ਸਮ ਡਿਫਰੈਂਸ ਪ੍ਰੋਡਕਟ ਐਂਡ ਕੋਸ਼ੈਂਟ ਆਫ ਟੂ ਡਿਫਰੈਂਸ਼ੀਏਬਲ ਫੰਕਸ਼ਨ ਇਜ਼ ਡਿਫਰੈਂਸ਼ੀਏਬਲ। ਦ ਕੰਪੋਜੀਸ਼ਨ ਆਫ ਡਿਫਰੈਂਸ਼ੀਏਬਲ ਫੰਕਸ਼ਨ ਇਜ਼ ਅਗੇਨ ਡਿਫਰੈਂਸ਼ੀਏਬਲ ਫੰਕਸ਼ਨ। ਸੋ ਇਹ ਕੁਝ ਰਿਜ਼ਲਟ ਸੀਗੇ ਜੀ। ਸੋ ਇਹ ਤੁਸੀਂ ਧਿਆਨ 'ਚ ਰੱਖਣੇ, ਸਾਰੇ ਹੀ ਇੰਪੋਰਟੈਂਟ ਹੈ, ਕਿਸੇ ਦੋ ਵਿੱਚੋਂ ਵੀ ਉਹ ਕੁਐਸਚਨ ਪੁੱਟ ਕਰ ਸਕਦਾ। ਉਸ ਤੋਂ ਬਾਅਦ ਕੁਝ ਅਸੀਂ MCQs ਅਲੱਗ ਅਲੱਗ ਟੌਪਿਕ ਨਾਲ ਕਰਾਂਗੇ। ਸੋ ਜਿਵੇਂ ਤੁਸੀਂ ਦੇਖਿਆ ਸੀ ਹੁਣ ਆਪਾਂ ਡਿਸਕਸ ਕਰਕੇ ਆਏ ਹਾਂ ਇਹਦੀ ਡੈਫੀਨੇਸ਼ਨ ਦੇ ਵਿੱਚ ਅਸੀਂ ਪਹਿਲਾਂ ਡਿਫਰੈਂਸ਼ੀਏਬਿਲਿਟੀ ਕੀਤੀ, ਹੁਣ ਅਸੀਂ ਇਹਨਾਂ ਦੇ ਕੁਐਸਚਨਸ ਕਰਾਂਗੇ, ਕੁਝ ਚੇਨ ਰੂਲ ਦੇ ਕਰਾਂਗੇ, ਕੁਝ ਫਿਰ ਇੰਪਲੀਸਿਟ ਦੇ ਕਰਾਂਗੇ। ਜਿਵੇਂ ਜਿਵੇਂ ਆਈ ਜਾਣਗੇ ਉਵੇਂ ਅਸੀਂ ਨਾਲ ਨਾਲ ਕੁਐਸਚਨਸ ਇਹਦੇ ਕਰਦੇ ਜਾਵਾਂਗੇ। ਸੋ ਸਭ ਤੋਂ ਪਹਿਲਾਂ ਹੁਣ ਅਸੀਂ 5.2 ਤੋਂ 5.5 ਦੇ ਜਿੰਨੇ MCQs ਆਉਂਦੇ ਆ ਤਾਂ ਚੇਨ ਰੂਲ ਦੇ ਵਿੱਚ ਕੀ ਹੁੰਦਾ ਵੀ ਸਪੋਜ਼ ਕਰੋ ਵੀ ਤੁਹਾਨੂੰ ਇੱਕ ਫੰਕਸ਼ਨ ਦਿੱਤਾ ਹੋਇਆ f(g)x, ਮਤਲਬ f ਆ ਜਿਹੜਾ g ਦਾ ਫੰਕਸ਼ਨ ਅੱਗੇ ਦੀ ਅੱਗੇ ਫੰਕਸ਼ਨ ਦਿੱਤਾ ਹੋਇਆ। ਸਪੋਜ਼ ਕਰੋ ਮੈਂ ਤੁਹਾਨੂੰ ਇੱਦਾਂ ਕਹਿਦਾ x² + 1 ਦਾ ਰੂਟ, ਮਤਲਬ ਇਹ ਹੁਣ ਜੇ ਤੁਸੀਂ ਇਹਦਾ ਡੈਰੀਵੇਟਿਵ ਕਰੋਗੇ ਤਾਂ ਪਹਿਲਾਂ f ਦਾ ਕਰੋਗੇ, ਉਸ ਤੋਂ ਬਾਅਦ ਫਿਰ g ਦਾ ਕਰੋਗੇ g'(x)। ਸੋ ਚੇਨ ਰੂਲ ਹੁੰਦਾ ਅੱਗੇ ਦੀ ਅੱਗੇ ਚਲੇ ਜਾਂਦਾ। ਸੋ ਜ਼ਿਆਦਾ ਇਹ 'ਚ ਬੋਝ ਪਾਉਣ ਲਈ ਗੱਲ ਨਹੀਂ, ਕੁਐਸਚਨ ਇਹਦੇ ਈਜ਼ੀ ਹੈ, ਬਸ ਤੁਹਾਨੂੰ ਬੇਸਿਕ ਫੰਕਸ਼ਨ ਦੇ ਡੈਰੀਵੇਟਿਵ ਜਿਹੜੇ ਪਤਾ ਹੋਣ। ਸੋ ਇੱਥੇ sin x², ਹੁਣ ਤੁਸੀਂ ਜਸਟ ਫੋਕਸ ਕਰਨਾ ਇਕੱਲੇ ਇਹਦੇ 'ਤੇ ਵੀ ਹੈ ਸਾਈਨ 'ਤੇ। ਤਾਂ ਜਦੋਂ ਸਾਈਨ ਦਾ ਡੈਰੀਵੇਟਿਵ ਤੁਸੀਂ ਇਹਦਾ ਡੈਰੀਵੇਟਿਵ ਕੀਤਾ, ਸਾਈਨ ਦਾ ਡੈਰੀਵੇਟਿਵ ਹੁੰਦਾ cos, ਬਸ ਅੱਖਾਂ ਮੀਚ ਕੇ ਲਿਖ ਦਿਓ cos x²। ਜਦੋਂ ਤੁਸੀਂ ਇਹਦਾ ਲਿਖ ਲਿਆ ਹੁਣ ਇਹਦਾ ਡੈਰੀਵੇਟਿਵ ਦੇਖੋ x² ਦਾ, x² ਦਾ ਡੈਰੀਵੇਟਿਵ ਹੁੰਦਾ 2x। ਹੁਣ ਉਸ ਤੋਂ ਬਾਅਦ 2x ਦਾ ਹੋ ਗਿਆ, ਉਸ ਤੋਂ ਬਾਅਦ x ਦਾ ਦੇਖ ਲਓ
सो तुहाडे कोल वो हो गया 1। सो तुहाडा इत्थे की बनना चाहिए 2x cos x स्क्वेयर। सो तुहाडा आंसर देखो कित्थे पिया जी, आ पिया ऑप्शन डी। उस तो बाद नैक्सट क्वेश्चन देखो जी, तुहानूं फंक्शन दिता हुआ साइन cos x स्क्वेयर। सब तो पहला इत्थों शुरू तो कर लो चेन तो, इत्थों साइन, साइन का डेरीवेटिव की हुंदा जी, साइन का जो तुसीं डेरीवेटिव कर लिया, साइन का डेरीवेटिव हुंदा cos, बाकी उदा ही लिख लो cos x स्क्वेयर। हुण नैक्सट स्टैप ते चलो, हुण तुसीं डेरीवेटिव इहदे ते करना है, फोकस करना है। तो इहदा डेरीवेटिव कितना आ गया सी, इहदा डेरीवेटिव आ गया जी माइनस साइन एक्स स्क्वेयर। हुण तुसीं इहदे ते फोकस करना, एक एक स्टैप अगे चली जाना जी। सो इहदा डेरीवेटिव कितना आ गया सीगा 2x। सो सम अप कीता इहनूं सारे नूं, माइनस 2x साइन एक्स स्क्वेयर cos एक्स स्क्वेयर। सो किहड़ा आंसर बन गया जी तुहाडा, आई थिंक तुहाडा आंसर जिहड़ा बन गया जी वो बन गया सी जी, 2x साइन एक्स स्क्वेयर cos एक्स स्क्वेयर। तुहाडा आंसर आ गया सी जी। इस तरह जी क्वेश्चन नंबर ये देखो तुसी y इज इक्वल टू cos रूट x। सो जो तुसीं डेरीवेटिव किया, सब तो पहला तो तुसीं इहदे ते cos ते करना, फोकस करना है। तो cos का हुंदा माइनस साइन, बाकी उदा रह जाओ। उस तो बाद जिहड़ा डेरीवेटिव किहदा कड्ढना रूट x का, तो वो तुहानूं याद होना इहदा डेरीवेटिव हुंदा 1/रूट x। सो तुहाडा आंसर की आ गया जी, ऑप्शनां 'च निगाह मारोगे तो तुहाडा आंसर जिहड़ा आ गया जी दिस वन। सो ए आ गया सी। उस तो बाद आ गया जी कंसिडर द फॉलोइंग स्टेटमेंट्स। उन्हें क्या जी आ फंक्शन थोड़ा डिफरेंशिएबल हैगा कि नहीं है, फंक्शन इज डिफरेंशिएबल एट एक्स इक्वल टू 1। सो ये शार्प कॉर्नर पॉइंट बनता जी ये उत्ते, जिवें तुसीं इदां बनाओगे आ 0 आ 1 आ 2 आ -1 आ -2। सो इत्थों इदां कर दो, इदां कर दो। सो इत्थे शार्प कॉर्नर, ये गल गलत हो गई जी, ये फंक्शन डिफरेंशिएबल नहीं हैगा जी। इस तरह डिफरेंशिएबल एट एक्स इक्वल टू 2 तो फंक्शन है जो डिसकंटीन्यूस है जी, तो डिसकंटीन्यूस फंक्शन कदे भी डिफरेंशिएबल नहीं होंगे। सो ये भी गलत है जी, दोनों ही स्टेटमेंट्स है जिहड़ियां फाल्स हो गई। चलो नैक्सट क्वेश्चन ते आओ जी। उस तो बाद जिहड़ा साडी अगली टाइप चल पई हैगी है जी, सो डेरीवेटिव ऑफ इंप्लीसिट एंड एक्सप्लीसिट फंक्शनस। देखो दो तरह के फंक्शनस होंगे, इंप्लीसिट दे विच एक्सप्लीसिट समझ लो भी कोई भी थोड़ा रिलेशन दिता वाई कैन बी रिटन एज इन टर्म्स ऑफ एक्स। फॉर एग्जाम्पल मैं थोड़ा कहा भी एक्स प्लस वाई इज इक्वल टू 18, तो वाई कैन बी रिटन एज 18 माइनस एक्स। सो ये एक्सप्लीसिट हो गया। इंप्लीसिट च की होंदा भी तुहाडे कोल तुसीं इहनूं जुदा नहीं कर पाउंदे एक्स वाई नूं, ई एक्स वाई प्लस साइन इनवर्स एक्स प्लस वाई इज इक्वल टू लॉग एक्स बाई वाई। मतलब तुसीं वाई नूं इन टर्म्स ऑफ एफ एक्स नहीं लिख सकते गे। सो कई बार लिख सकते होंगे हो, कई बार तुसीं तो उस बेस ते क्वेश्चन है साढ़े जी। सो आओ जी अगे। सो इत्थे सी तुहाडे कोल इहदी वैल्यू कितनी आ गई जी, वाई की वैल्यू आ गई जी पाई माइनस एक्स। सो डी वी बाई डी एक्स, पाई का डेरीवेटिव 0 -1। नहीं जस्ट अ मोमेंट, गलत लिखा गया जी, एक मिनट। तुहाडे कोल दिता होया सी, सॉरी, एक्स माइनस वाई इज इक्वल टू पाई। सो एक्स माइनस पाई इज इक्वल टू वाई, डेरीवेटिव किया 1 इज इक्वल टू डी वी बाई डी एक्स। सो तुहाडा आंसर कितना आ गया दिस वन। सो हुण इहदा डेरीवेटिव लो जी, इत्थे नहीं कर सकते वाई का डेरीवेटिव डी वी बाई डी एक्स, साइन वाई का डेरीवेटिव कॉस वाई। एक्चुअल च इदां हुंदा ना, देखो तुसीं जो डेरीवेटिव इदां लिया वाई प्लस साइन वाई, इधरले डेरीवेटिव लिया डी बाई डी एक्स कॉस एक्स। हुण तुसीं आ देखो इत्थे निगाह मारनी होंदी है, आ ते आ दोने अलग अलग है, इनूं इदां लिख लो डी वी बाई डी एक्स। आ फिर आ वाला सिंबल आ गया, तो साइन इत्थे एक्स सी इत्थे वाई सी, साइन का की हो गया कॉस वाई, तो नाल ही डी वी बाई डी एक्स। सो आ कितना सीगा माइनस साइन एक्स। जो तुसीं डी वी बाई डी एक्स अलग कढ़िया
ਤਾਂ ਮਾਈਨਸ ਸਾਈਨ ਐਕਸ ਇੱਥੋਂ ਕਾਮਨ ਕਰ ਲਿਆ ਸੀ 1 ਪਲੱਸ cos y। ਸੋ ਤੁਹਾਡਾ ਆਂਸਰ ਕਿੰਨਾ ਆ ਗਿਆ ਦਿਸ ਵਨ। ਸੋ ਨੈਕਸਟ ਕੁਐਸਚਨ ਹੈ ਜੀ 2x plus 3y is equal to sin x। ਸੋ ਇਹਦਾ ਡੈਰੀਵੇਟਿਵ ਕਿੰਨਾ ਜੀ 2 plus 3 dv by dx is equal to cos x। ਸੋ ਇਸਨੂੰ ਥੋੜਾ ਸੋਲਵ ਕੀਤਾ dv by dx is equal to cos x minus 2 by 3। ਸੋ ਤੁਹਾਡਾ ਆਂਸਰ ਕੀ ਆ ਗਿਆ ਜੀ ਪਹਿਲਾਂ ਹੀ ਆ ਗਿਆ ਜੀ। ਹੁਣ ਤੁਸੀਂ ਦੇਖੋ ਥੋੜਾ ਜਿਹਾ ਧਿਆਨ ਨਾਲ ਕਰਨ ਵਾਲਾ ਇਹਦਾ ਤੁਸੀਂ ਡੈਰੀਵੇਟਿਵ ਲਓਗੇ x ਇੱਥੋਂ ਸ਼ੁਰੂ ਆ ਜਾਓ ਡੈਰੀਵੇਟਿਵ ਆਪਾਂ ਲੈ ਲਿਆ ਸੀ x ਸਕੁਏਅਰ ਪਲੱਸ xy ਪਲੱਸ y ਸਕੁਏਅਰ ਇਜ਼ ਇਕੁਅਲ ਟੂ ਡੈਰੀਵੇਟਿਵ ਆਫ 100 ਤਾਂ ਕਾਂਸਟੈਂਟ ਹੈ ਜੀ 0 ਹੀ ਹੋ ਜਾਣਾ x ਸਕੁਏਅਰ ਦਾ 2x x u ਇੰਟੂ v ਵਾਲਾ ਫਾਰਮੂਲਾ ਲੱਗ ਗਿਆ ਜੀ। ਸੋ yx ਦਾ ਡੈਰੀਵੇਟਿਵ 1 2y dv by dx is equal to 0। ਸੋ dv by dx ਕਾਮਨ ਲੈ ਲਓ ਜੀ ਇਹ ਬਣ ਗਿਆ ਤੁਹਾਡੇ ਕੋਲ x ਪਲੱਸ 2y ਇੱਥੇ dv by dx ਹੋ ਗਿਆ ਅਤੇ ਜਿਹੜੀ ਬਾਕੀ ਟਰਮ ਰਹਿ ਗਈ ਸੀ ਦੂਸਰੀ ਸਾਈਡ ਲੈ ਗਈ ਸੀ 2x ਪਲੱਸ y। ਸੋ ਡਿਵਾਈਡ ਕਰ ਦਿਓ ਬੇਟਾ dv by dx ਕੀ ਹੋ ਗਿਆ ਮਾਈਨਸ 2x ਪਲੱਸ y। ਸੋ x ਪਲੱਸ 2y ਲੱਭੋ ਆਪਸ਼ਨਾਂ ਦੇ ਵਿੱਚੋਂ ਕਿਹੜਾ ਆਂਸਰ ਆ ਗਿਆ ਜੀ x ਪਲੱਸ 2y। ਸੋ ਆ ਪਹਿਲਾਂ ਹੀ ਆ ਗਿਆ ਜੀ ਹਾਂਜੀ। ਸੋ ਆਹ ਕੁਐਸਚਨ ਬੜਾ ਇੰਟਰਸਟਿੰਗ ਹੈ cos ਇਨਵਰਸ x ਦੈਨ ਡੋਮੇਨ ਆਫ f ਡੈਸ਼। ਇਹਦੀ ਤੁਸੀਂ ਡੋਮੇਨ ਉਹਨੇ ਪੁੱਛੀ ਹੈ ਜੀ ਜਸਟ ਅ ਮੋਮੈਂਟ ਹਾਂਜੀ। ਸੋ ਸਭ ਤੋਂ ਪਹਿਲਾਂ ਤਾਂ ਇਹਦਾ ਜੋ ਤੁਸੀਂ ਕੱਢੋਗੇ ਤੁਹਾਨੂੰ f(x) ਦਾ ਡੈਰੀਵੇਟਿਵ ਕੱਢਿਆ ਡੈਰੀਵੇਟਿਵ ਤੁਹਾਡੇ ਕੋਲ ਆ ਗਿਆ 1 ਮਾਈਨਸ ਐਕਸ ਸਕੁਏਅਰ ਦਿਸ ਵਨ। ਸੋ ਇਹਦੀ ਜਿਹੜੀ ਡੋਮੇਨ ਲਈ ਜਿਹੜਾ ਰੂਟ ਦੇ ਵਿੱਚ ਜਿਹੜੀ ਟਰਮ ਦਿੱਤੀ ਹੋਈ ਆ 1 ਮਾਈਨਸ ਐਕਸ ਸਕੁਏਅਰ ਦੈਟ ਸ਼ੁੱਡ ਬੀ ਗ੍ਰੇਟਰ ਦੈਨ 0। ਸੋ ਇਹ ਕੀ ਹੋ ਗਿਆ ਜੀ ਤੁਹਾਡੇ ਕੋਲ ਫਿਰ ਇਹ ਐਕਸ ਸਕੁਏਅਰ ਲੈਸ ਦੈਨ 0 ਹੋ ਗਿਆ ਅਤੇ ਇਹ ਮਾਈਨਸ 1 ਤੋਂ 1 ਦੇ ਵਿਚਕਾਰ ਹੋ ਗਈ। ਸੋ ਤੁਹਾਡੀ ਵੈਲਿਊ ਆ ਹੋ ਗਈ ਹੈ ਨਾ। ਸਪੋਜ਼ ਕਰੋ ਇਸੇ ਤਰ੍ਹਾਂ ਬਾਕੀ ਟ੍ਰਿਗੋਨੋਮੈਟਰੀ ਫੰਕਸ਼ਨ ਅਗਰ ਤੁਹਾਡੇ ਕੋਲ f(x) cos sin ਇਨਵਰਸ x ਦਿੱਤਾ ਹੁੰਦਾ ਸੋ ਤਾਂ ਵੀ ਆਂਸਰ ਕਿੰਨਾ ਆਉਣਾ ਸੀਗਾ ਸੇਮ ਹੀ ਆਉਣਾ ਸੀ ਕਿਉਂਕਿ ਉਹਦਾ ਡੈਰੀਵੇਟਿਵ ਆ ਹੋਣਾ ਸੀ ਅਤੇ ਸੇਮ ਕੰਡੀਸ਼ਨ ਨਾਲ ਤਾਂ cos ਲਈ sin ਇਨਵਰਸ x ਲਈ ਵੀ ਸੇਮ ਹੋਣਾ ਸੀ। ਪਰ ਜੇਕਰ ਤੁਹਾਨੂੰ ਫੰਕਸ਼ਨ ਦਿੱਤਾ ਹੁੰਦਾ tan ਇਨਵਰਸ x ਤਾਂ ਉਹਦਾ ਡੈਰੀਵੇਟਿਵ ਹੋਣਾ ਸੀਗਾ 1 ਪਲੱਸ ਐਕਸ ਸਕੁਏਅਰ। ਸੋ ਇਹ ਤਾਂ ਕਿਸੇ ਵੀ ਰੀਅਲ ਨੰਬਰ ਲਈ ਡਿਫਾਈਨ ਹੈਗੀ ਹੈ। ਸੋ ਇਹਦੀ ਡੋਮੇਨ ਜਿਹੜੀ ਹੋਣੀ ਸੀਗੀ ਉਹ ਸੈੱਟ ਆਫ ਰੀਅਲ ਨੰਬਰਸ। ਸੋ ਇਹ tan ਇਨਵਰਸ x ਅਤੇ cot ਇਨਵਰਸ x ਦੇ ਕੇਸ ਵਿੱਚ ਆ ਹੋਣਾ ਸੀ ਅਤੇ ਜਿਹੜੀ ਤੀਸਰੀ ਆਪਸ਼ਨ ਹੈ ਜਿਹੜੇ ਬਾਕੀ ਦੋ ਫੰਕਸ਼ਨ ਰਹਿ ਗਏ ਉਹਨਾਂ ਲਈ ਬਣਨੀ ਸੀ ਜੀ। ਸੋ ਉਸ ਤੋਂ ਬਾਅਦ ਜਿਹੜੀ ਹੁਣ ਟਾਈਪ ਸ਼ੁਰੂ ਹੋ ਗਈ ਹੈ ਜੀ ਇਹ ਹੋ ਗਈ ਹੈ ਇਨਵਰਸ ਟ੍ਰਿਗੋਨੋਮੈਟਰਿਕ ਫੰਕਸ਼ਨ ਦੇ ਡੈਰੀਵੇਟਿਵ ਹੈਗੇ ਆ ਜੀ। ਇਹਦੇ ਲਈ ਤੁਹਾਨੂੰ ਇਹਦੇ ਫਾਰਮੂਲੇ ਉਸ ਚੈਪਟਰ ਵਾਲੇ ਸਾਰੇ ਯਾਦ ਕਰਨੇ ਪੈਣੇ ਆ। ਜਿਵੇਂ ਇੱਦਾਂ ਦੀ ਐਗਜ਼ਾਮਪਲ ਇਹਦੇ ਵਿੱਚ ਤੁਸੀਂ ਐਕਸ ਨੂੰ ਟੈਨ ਥੀਟਾ ਫਿਲ ਕਰ ਦਿਓ ਤਾਂ ਤੁਸੀਂ ਦੇਖੋਗੇ ਜਿਹੜਾ ਆ ਟੈਨ ਇਨਵਰਸ ਇਹ ਐਕਸ ਦੀ ਸਾਥ ਲੈ ਕੇ 3 ਟੈਨ ਥੀਟਾ ਮਾਈਨਸ ਟੈਨ ਕਿਊਬ ਥੀਟਾ ਸੋ 1 ਮਾਈਨਸ 3 ਟੈਨ ਸਕੁਏਅਰ ਥੀਟਾ। ਸੋ ਬੇਟਾ ਜੇ ਤੁਹਾਨੂੰ ਯਾਦ ਹੋਵੇ ਤਾਂ ਇਹ ਕਿਹਦਾ ਫਾਰਮੂਲਾ ਸੀਗਾ ਇਹ ਸੀਗਾ ਟੈਨ 3 ਥੀਟਾ ਦਾ ਆਹ ਕੈਂਸਲ ਹੋ ਗਿਆ। ਸੋ 3 ਥੀਟਾ ਸੋ ਥੀਟਾ ਦੀ ਵੈਲਿਊ ਬੈਕ ਕਰ ਦਿਓ ਜਿਹੜੀ ਵੀ ਚੀਜ਼ ਅਸੀਂ ਲੈ ਕੇ ਆਉਣੇ ਉਹ ਅਸੀਂ ਬੈਕ ਵੀ ਕਰਨੀ ਹੁੰਦੀ ਹੈ। ਸੋ dv ਬਾਈ dx ਕਿਹਦੇ ਇਕੁਅਲ ਹੋ ਗਿਆ 3 1 ਪਲੱਸ ਐਕਸ ਸਕੁਏਅਰ। ਸੋ ਤੁਹਾਡਾ ਆਂਸਰ ਕੀ ਬਣ ਗਿਆ ਬੇਟਾ ਇਹ ਵਾਲਾ ਬਣ ਗਿਆ। ਹੁਣ ਇਸੇ ਤਰ੍ਹਾਂ ਆਹ ਕੁਐਸਚਨ ਹੈ ਜੀ ਇਹਦੇ ਵਿੱਚ ਤੁਸੀਂ ਐਕਸ ਨੂੰ ਫਿਰ ਤੁਸੀਂ ਟੈਨ ਥੀਟਾ ਫਿਲ ਕਰ ਲਓਗੇ ਤਾਂ y ਇਜ਼ ਇਕੁਅਲ ਟੂ cos ਇਨਵਰਸ 1 ਮਾਈਨਸ ਟੈਨ ਸਕੁਏਅਰ ਥੀਟਾ 1 ਪਲੱਸ ਟੈਨ ਸਕੁਏਅਰ ਥੀਟਾ। ਜੇ ਤੁਹਾਨੂੰ ਕੁਝ ਯਾਦ ਹੋਵੇ ਤਾਂ ਇਹ ਫਾਰਮੂਲਾ ਕਿਹਦੇ ਕੋਲ ਸੀਗਾ ਇਹ ਸੀਗਾ cos 2 ਥੀਟਾ ਦੇ। ਇਹ 2 ਥੀਟਾ ਹੋ ਗਿਆ ਥੀਟਾ ਬੈਕ ਕਰ ਦਿਓ ਬੇਟਾ ਇਹ ਕਿੰਨਾ ਹੋਗਾ 2 ਟੈਨ ਇਨਵਰਸ ਐਕਸ। ਸੋ dv ਬਾਈ dx ਕਿਹਦੇ ਕੋਲ ਹੋ ਗਿਆ ਬੇਟਾ 2 1 ਪਲੱਸ ਐਕਸ ਸਕੁਏਅਰ। ਸੋ ਤੁਹਾਡਾ ਆਂਸਰ ਕਿੰਨਾ ਆ ਗਿਆ ਬੇਟਾ ਦਿਸ ਵਨ। ਨੈਕਸਟ ਕੁਐਸਚਨ 'ਤੇ ਆ ਜਾਓ ਜੀ।
ਸੋ ਇੱਥੇ ਫਿਰ ਉਹੀ ਹੈ x ਇਕੁਅਲ ਟੂ tan ਥੀਟਾ। ਸੋ ਇਹ ਤੁਹਾਡੇ ਕੋਲ ਬਣ ਜਾਣਾ ਸੀਗਾ ਸਾਈਨ ਇਨਵਰਸ cos 2 ਥੀਟਾ। ਹੁਣੇ ਉੱਪਰਲੇ ਕੁਐਸਚਨ ਦੇ ਵਿੱਚ ਸੇਮ ਹੀ ਹੈ, ਬਸ ਉੱਥੇ ਬਾਹਰ cos ਹੀ ਹੁਣ ਸਾਈਨ ਕਰਤਾ। ਸੋ ਤੁਸੀਂ ਇਹਨੂੰ ਕਿਵੇਂ ਲਿਖ ਸਕਦੇ ਹੋ? ਤੁਸੀਂ ਇਸਨੂੰ ਲਿਖ ਸਕਦੇ ਹੋ ਸਾਈਨ π/2 ਮਾਈਨਸ 2 ਥੀਟਾ। ਸੋ ਇਹ ਕਿਹਦੇ ਇਕੁਅਲ ਹੋ ਗਿਆ? π/2 ਮਾਈਨਸ 2 ਥੀਟਾ। ਬੈਕ ਕਰ ਦਿਓ ਜੀ tan ਇਨਵਰਸ x। ਹੁਣ ਇਹਦਾ ਡੈਰੀਵੇਟਿਵ ਕੱਢੋਗੇ ਤੁਸੀਂ, π/2 ਦਾ ਤਾਂ 0 ਆ ਜਾਊਗਾ ਅਤੇ ਆਹ -2 1 ਪਲੱਸ x ਸਕੁਏਅਰ। ਸੋ ਤੁਹਾਡਾ ਆਨਸਰ ਇੱਥੇ ਆਹ ਵਾਲਾ ਹੋ ਗਿਆ ਸੀ। ਸੋ ਦੇਖੋ ਇੱਕ ਸਾਈਨ ਅਤੇ ਕੋਸ ਬਦਲਣ ਨਾਲ ਹੀ ਉਹਦਾ ਆਨਸਰ ਫਰਕ ਪੈ ਗਿਆ ਸੀ। ਹੁਣ ਤੁਸੀਂ ਫਿਰ ਸੌਰੀ ਜੀ ਨੈਕਸਟ ਕੁਐਸਚਨ 'ਤੇ ਆਓ। ਇਹਦੇ ਵਿੱਚ x ਨੂੰ ਫਿਰ ਤੁਸੀਂ tan ਥੀਟਾ ਫਿਲ ਕਰ ਦੋਗੇ। ਸੋ 2x 1 ਪਲੱਸ x ਸਕੁਏਅਰ ਮੀਨਸ 2 tan ਥੀਟਾ 1 ਪਲੱਸ tan ਸਕੁਏਅਰ ਥੀਟਾ। ਸੋ 2 tan ਥੀਟਾ ਦਾ ਮਤਲਬ ਹੈ 2 sin ਥੀਟਾ ਬਾਈ cos ਥੀਟਾ। ਸੋ ਇਹ 1 ਪਲੱਸ tan ਸਕੁਏਅਰ ਥੀਟਾ ਸੀਕਰ ਸਕੁਏਅਰ ਥੀਟਾ ਹੁੰਦਾ। ਸੋ ਇਹ ਹੋ ਗਿਆ ਜੀ 1 ਬਾਈ cos ਸਕੁਏਅਰ ਥੀਟਾ। ਸੋ ਇਹ ਕੈਂਸਲ ਹੋ ਗਿਆ ਜੀ। ਇਹ ਬਣ ਗਿਆ ਤੁਹਾਡੇ ਕੋਲ 2 sin ਥੀਟਾ cos ਥੀਟਾ। ਸੋ ਇਹ ਕਿਹਦੇ ਇਕੁਅਲ ਹੋ ਗਿਆ ਜੀ sin 2 ਥੀਟਾ। ਅਤੇ ਇਹਨੂੰ ਤੁਸੀਂ ਲਿਖ ਸਕਦੇ ਹੋ cos 90 ਮਾਈਨਸ 2 ਥੀਟਾ। ਸੋ ਬਈ ਤੁਹਾਡੀ ਜਿਹੜੀ y ਹੈ ਉਹ ਕਿਹਦੇ ਇਕੁਅਲ ਹੋ ਗਈ π/2 ਮਾਈਨਸ ਥੀਟਾ ਦੀ ਵੈਲੂ ਬੈਕ ਕਰ ਦਿਓ, ਦੈਟ ਇਜ਼ tan ਇਨਵਰਸ x। ਤੇ ਡੈਰੀਵੇਟਿਵ ਕੱਢੋਗੇ ਤੁਸੀਂ ਇਹਦਾ y ਡੈਸ਼ ਦੈਟ ਵਿਲ ਬੀ -2/1 ਪਲੱਸ x ਸਕੁਏਅਰ। ਸੋ ਇਹਦਾ ਆਨਸਰ ਵੀ B ਆ ਗਿਆ ਸੀ। ਸੋ ਨੈਕਸਟ ਕੁਐਸਚਨ ਦੇ ਵਿੱਚ ਜੀ ਤੁਹਾਨੂੰ ਅਲੱਗ-ਅਲੱਗ ਫੰਕਸ਼ਨ ਦੇ ਡੈਰੀਵੇਟਿਵ ਦਿੱਤੇ ਆ। ਚੈੱਕ ਕਰਨਾ ਵੀ ਸਾਰੇ ਕਰੈਕਟ ਹੈਗੇ ਕਿ ਨਹੀਂ ਹੈਗੇ। ਸੋ ਸਾਈਨ log x ਚੇਨ ਰੂਲ ਹੈ ਜੀ। ਸਾਈਨ ਦਾ ਕਿੰਨਾ ਹੋਗਾ ਜਦੋਂ ਤੁਸੀਂ ਡੈਰੀਵੇਟਿਵ ਕੀਤਾ, ਆਹ ਸਾਰੇ ਦਾ ਜਦੋਂ ਤੁਸੀਂ ਡੈਰੀਵੇਟਿਵ ਕੀਤਾ ਤਾਂ ਸਾਈਨ ਦਾ ਹੋ ਗਿਆ cos log x ਅਤੇ log x ਦਾ ਡੈਰੀਵੇਟਿਵ ਜਦੋਂ ਕੀਤਾ ਦੈਟ ਵਿਲ ਬੀ 1/x। ਸੋ ਇਹ ਤਾਂ ਸਹੀ ਹੈ ਪੁੱਤਰ ਜੀ। ਸੋ ਉਸ ਤੋਂ ਬਾਅਦ ਨੈਕਸਟ ਹੈ ਜੀ cos ਇਨਵਰਸ EX ਦਾ ਡੈਰੀਵੇਟਿਵ। ਸੋ ਇਹ ਹੁੰਦਾ -1 ਮਾਈਨਸ EX ਦਾ ਸਕੁਏਅਰ ਰੂਟ EX ਦਾ ਡੈਰੀਵੇਟਿਵ EX। ਸੋ ਇਹ ਵੀ ਪੁੱਤਰ ਜੀ ਸਹੀ ਹੈ। ਸੋ ਇਸੇ ਤਰ੍ਹਾਂ E cos x ਦਾ ਡੈਰੀਵੇਟਿਵ ਇਹ ਵੀ ਸਹੀ ਹੈ। ਸੋ ਆਲ ਆਪਸ਼ਨਸ ਆਰ ਕਰੈਕਟ। ਸੋ ਤੁਹਾਡਾ ਇਹ ਆਨਸਰ ਸਹੀ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਜੀ E ਰੂਟ x ਰੇਜ਼ ਟੂ ਪਾਵਰ 1/2। ਸੋ dv/dx ਕੱਢਿਆ ਆਪਾਂ ਤਾਂ ਇਹ 1/2 ਅੱਗੇ ਆ ਗਿਆ ਸੀ। ਸੋ E ਰੂਟ x ਇਹ ਬਣ ਗਿਆ ਜੀ 1/2 -1। ਉਸ ਤੋਂ ਬਾਅਦ ਚੇਨ ਰੂਲ ਨਾਲ ਇਹਦਾ ਡੈਰੀਵੇਟਿਵ ਕੀਤਾ। ਸੋ ਇਹਦਾ ਰਹਿ ਗਿਆ ਉਹੀ ਸੇਮ। ਸੋ ਚੇਨ ਰੂਲ ਨਾਲ ਫਿਰ ਇਹਦਾ ਡੈਰੀਵੇਟਿਵ ਕੀਤਾ। ਸੋ ਉਹਦਾ ਡੈਰੀਵੇਟਿਵ ਆ ਗਿਆ 1/2 ਰੂਟ x। ਸੋ ਸਾਰਿਆਂ ਨੂੰ ਸਮ ਅਪ ਕੀਤਾ 1/2 ਇਹ 1/4 ਹੋ ਗਿਆ ਜੀ। ਸੋ ਆਹ ਉੱਪਰ ਹੀ ਰਹਿ ਗਿਆ E ਰੂਟ x ਅਤੇ ਆਹ ਤੁਹਾਡੇ ਕੋਲ ਰੂਟ x ਬਾਹਰ ਹੋ ਗਿਆ EX ਰੂਟ x ਅਤੇ ਆਹ ਨੀਚੇ ਆ ਗਿਆ ਸੀ। ਸੋ ਲੱਭੋ ਜੀ ਕਿਹੜਾ ਆਨਸਰ ਆ ਰਿਹਾ ਤੁਹਾਡਾ। ਸੋ ਤੁਹਾਡਾ ਆਨਸਰ 1/4। ਇਹਨੂੰ ਥੋੜ੍ਹਾ ਹੋਰ ਵਾਈਂਡ ਅਪ ਕੀਤਾ, ਥੋੜ੍ਹਾ ਹੋਰ ਕੰਪੈਕਟ ਕੀਤਾ। ਸੋ ਤੁਹਾਡੇ ਕੋਲ ਬਣ ਗਿਆ x EDX ਰੂਟ x। ਸੋ ਤੁਹਾਡਾ ਆਨਸਰ C ਆ ਗਿਆ ਜੀ ਇਹਦੇ ਅਕੋਰਡਿੰਗਲੀ। ਨੈਕਸਟ ਕੁਐਸਚਨ 'ਤੇ ਆਓ ਜੀ। y ਇਜ਼ ਇਕੁਅਲ ਟੂ log x। ਸੋ ਇਹਦਾ ਡੈਰੀਵੇਟਿਵ ਕੀਤਾ ਜੀ। log ਕਰਕੇ ਆ ਨੀਚੇ ਆ ਗਿਆ ਜੀ 1/log x। ਉਸ ਤੋਂ ਬਾਅਦ log x ਦਾ ਡੈਰੀਵੇਟਿਵ ਕੀਤਾ 1/x ਆ ਗਿਆ। ਸੋ ਯੂਰ ਆਨਸਰ ਇਜ਼ x log x। ਸੋ ਇੰਪੋਰਟੈਂਟ ਕੁਐਸਚਨ ਹੈ ਜੀ, ਬੇਟਾ ਪੇਪਰ 'ਚ ਆ ਸਕਦਾ। ਸੋ ਤੁਹਾਡੀ ਪਹਿਲੀ ਆਪਸ਼ਨ ਹੀ ਸਹੀ ਹੋ ਗਈ ਜੀ। ਉਸ ਤੋਂ ਬਾਅਦ ਜੀ ਇਹਦਾ ਡਾਇਰੈਕਟਿਵ ਫਾਰਮੂਲਾ ਹੈਗਾ ਜੀ AX log A। ਸੋ ਆਹ ਹੋ ਗਿਆ ਜੀ। ਆਹ ਮੋਸਟ ਇੰਪੋਰਟੈਂਟ ਜਿਹੜੇ ਤਿੰਨੇ ਕੁਐਸਚਨ ਹੈ ਜੀ। ਸੋ ਇਹਦੇ ਵਿੱਚ ਕੀ ਹੈ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹਨੂੰ y ਦੀ ਵੇਰੀਏਬਲ ਰੇਜ਼ ਟੂ ਪਾਵਰ ਵੇਰੀਏਬਲ ਜਦੋਂ ਹੋ ਜੇ ਤਾਂ ਤੁਸੀਂ log ਲੈਣਾ ਹੁੰਦਾ। ਸੋ log y ਇਜ਼ ਇਕੁਅਲ ਟੂ log x ਰੇਜ਼ ਟੂ ਪਾਵਰ x। ਇਹਨੂੰ ਇੱਦਾਂ ਕਰ ਲਓ ਜੀ, ਫਾਰਮੂਲਾ ਲੱਗ ਗਿਆ log ਦਾ। ਸੋ ਡੈਰੀਵੇਟਿਵ ਕਰੋ ਜੀ 1/y dv/dx। ਸੋ x u v ਦਾ ਫਾਰਮੂਲਾ ਲੱਗ ਗਿਆ ਜੀ। log x ਦਾ ਡੈਰੀਵੇਟਿਵ 1/x ਪਲੱਸ log x ਬਾਹਰ x ਦਾ ਡੈਰੀਵੇਟਿਵ 1 ਹੋ ਗਿਆ ਜੀ। ਸੋ dv/dx ਕਿਹਦੇ ਇਕੁਅਲ ਹੋ ਗਿਆ, y ਦੀ ਵੈਲੂ ਬੈਕ ਕਰ ਦਿਓ ਇੱਧਰਲੇ ਪਾਸੇ ਜੀ xx 1 ਪਲੱਸ log x। ਸੋ ਲੱਭੋ ਜੀ ਆਪਸ਼ਨ ਕਿਹੜੀ ਆ ਗਈ ਤੁਹਾਡੀ। ਸੋ C ਇਜ਼ ਦਾ ਆਨਸਰ। ਸੋ ਨੈਕਸਟ ਕੁਐਸਚਨ ਦੇ ਵਿੱਚ ਫਿਰ ਉਹੀ ਹੈ ਜੀ y ਇਕੁਅਲ ਟੂ x ਰੇਜ਼ ਟੂ ਪਾਵਰ 3 ਵਾਰੀ ਆ ਗਿਆ ਜੀ। ਤਾਂ ਤੁਸੀਂ ਫਿਰ log ਲਿਆ log y
एक्स रेस टू पावर एक्स अगे आ गया, इत्थे कितना रह गया जी लॉग एक्स। हुण जो तुसीं डेरीवेटिव करोगे इहदा इन्हें बन जाना 1/y dv/dx। हुण आ बाहर रखिया जी तो लॉग एक्स का डेरीवेटिव आ गया 1/x। फिर लॉग एक्स तुसीं बाहर रखिया तो एक्स रेस टू पावर एक्स का डेरीवेटिव वो हुणे ही आपां उपर करके आए हैं, वो कितना है एक्स दी एक्स 1 प्लस लॉग एक्स। सो हुण तुसीं इहनूं dv/dx नूं सम अप करो जी, ये बन गया वैल्यू वापस कर दो y दी, तो इत्थे कितना हो गया एक्स दी पावर -1 प्लस तुहाडे कोल हो गया जी लॉग एक्स 1 प्लस लॉग एक्स 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 आ बन गया जी। सो मैनू लगता जी किहड़ी ऑप्शन तुहाडी आ गई जी, आई थिंक बी ए ऑप्शन ही आ गई जी, पहली ऑप्शन ही ये आ गई जी। चलो जी हुण आ गया जी, आ बहुत इंटरेस्टिंग टाइप है, y = एक्स रेस टू पावर एक्स रेस अप टू इनफिनिटी, दैन वी हैव टू फाइंड द वैल्यू ऑफ dv/dx। सो जो भी इदां दा इनफिनिटी हुंदा ना, तो तुसीं की करीदा हुंदा, आ वेखो इनू एक एक्स नूं लुको लो, तो इनू जे तुसीं जो मैं डार्क कीता देखो इहदी वैल्यू भी तो y है ना। सो ये बन गया y = एक्स रेस टू पावर y। हुण वेरीएबल पावर टू वेरीएबल लॉग y, तो दूसरे पासे लॉग हो गया लॉग x = y। सो इनू कीता y लॉग x, सो डेरीवेटिव कीता 1/y dv/dx, y बार लॉग x का डेरीवेटिव 1/x प्लस लॉग x y का डेरीवेटिव dv/dx। सो तुसीं dv/dx नूं कॉमन ले लो, सो दूसरी साइड की हो गया y/x। सो dv/dx की वैल्यू कितनी आ गई जी y/x इंटू y 1 - y लॉग x। सो लभो जी आंसर किहड़ा आ गया जी, इहदा ये बनना चाहिए सी y² x 1 - y लॉग x। आई थिंक पहली ऑप्शन ही साडा आंसर बन गया जी। हाँ जी, आ बहुत इंपॉर्टेंट क्वेश्चन है जी, एक्सपैक्टेड है। y रेस टू पावर x एक्स रेस टू पावर y दोनों पासे लॉग ले लो जी। इनू अलग अलग कर लो जी, x लॉग y y लॉग x फर्स्ट फंक्शन, सैकंड फंक्शन, फर्स्ट एंड सैकंड डिफरेंशिएट कर दो जी, x लॉग y का 1/y dv/dx प्लस लॉग y x का डेरीवेटिव 1 हो गया। दूसरी साइड की हो गया जी लॉग x का डेरीवेटिव x प्लस लॉग x dv/dx, कॉमन कट लो जी। सो ये बन गया जी x/y माइनस लॉग x, इत्थे dv/dx हो गया, तो दूसरी साइड ते की हो गया जी y/x माइनस y/x माइनस लॉग y। सो इनू सम अप करो जी, x माइनस y लॉग x बाय y dv/dx, तो दूसरे पासे की हो गया जी y माइनस x लॉग y/x। सो x/y तो होना नहीं है, तो ऑप्शन ही गलत हो गई जी। सो ऊपर की होना चाहिए जी y माइनस x लॉग y। सो y माइनस x लॉग y। सो पहली ऑप्शन दे विच ही है जी, होर किते है नहीं गा। हाँ जी, सो साडा आंसर फस्ट आ गया जी, जो तुसीं इहनूं करोगे जी। सो मैं थोड़ा जिहा रेज करदा, इत्थे जगह दी घट गई साडे कोल। हाँ जी, नैक्सट क्वेश्चन ते आओ जी। सो फिर वही इत्थे लॉग लैन की लोड़ नहीं पैनी जी, डेरीवेटिव करो जी x dv/dx y बार x तो 1 e x माइनस y उदा ही आ गया डेरीवेटिव जी, तो उस तो बाद जोड़ा x माइनस y का डेरीवेटिव 1 माइनस dv/dx। तुसीं ऑप्शनां च देखो जी, किते भी e x माइनस y नहीं दिता होया, इहदा मतलब सानू आ जिहड़ी वैल्यू है रिप्लेस करनी पैनी है गिवन वैल्यू नाल। सो इत्थे x dv/dx प्लस y, इहदी वैल्यू xy सी,
सो असी फिल की, ये बन गई एक्स वाई माइनस एक्स वाई डी वी बाई डी एक्स। सो एक्स माइनस एक्स वाई ये डी वी बाई इतने प्लस कर दो डी वी बाई डी एक्स, तो दूसरे पासे की हो गया एक्स माइनस वाई, इतने वाई हो गया सी। सो डी वी बाई डी एक्स की इक्वल हो गया जी वाई एक्स माइनस वन, एक्स कॉमन कर लो वन प्लस वाई। सो वाई बाई एक्स एक्स माइनस वन वन प्लस वाई। सो कि ऑप्शन आ गई जी, अगेन फर्स्ट ऑप्शन आ गई सी। क्वेश्चन नंबर 23। सो तुहानूं याद होना भी ਇਹ ਸਾਰੇ ਦੀ वैल्यू पाई बाई 2 ਹੁੰਦੀ है, तो ਜਦੋਂ ਇਹਦਾ ਡੈਰੀਵੇਟਿਵ ਕੱਢੋਗੇ ਤਾਂ ਕੌਂਸਟੈਂਟ ਹੈ ਤੇ ਡੈਰੀਵੇਟਿਵ 0 ਆ ਜਾਊਗਾ। ਸੋ ਇਹ ਬਹੁਤ ਇੰਪੋਰਟੈਂਟ ਪੀ ਕਈ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਹੋਇਆ। ਸੋ ਇਹਦਾ ਆਨਸਰ ਕਿੰਨਾ ਆ ਗਿਆ 0। ਫਿਰ ਦੱਸ ਦਿੰਦਾ ਸਾਈਨ ਇਨਵਰਸ ਐਕਸ ਪਲਸ ਕੌਸ ਇਨਵਰਸ ਐਕਸ ਇਕੁਅਲ ਟੂ ਪਾਈ ਬਾਈ 2 ਹੁੰਦਾ। ਤਾਂ ਜਦੋਂ ਤੁਸੀਂ ਇਹਦਾ ਡੈਰੀਵੇਟਿਵ ਲਓਗੇ ਤਾਂ ਪਾਈ ਬਾਈ 2 ਦਾ ਡੈਰੀਵੇਟਿਵ 0, ਆਨਸਰ ਸੀ ਆ ਗਿਆ ਸੀ। क्वेश्चन नंबर 24। सो tan इनवर्स इनू लिख लाँगे असी tan पाई बाई 2 माइनस एक्स आ गया पाई बाई 2 माइनस एक्स वाई। सो इसका डेरीवेटिव जो तुम कढ़ोगे पाई बाई 2 का 0 माइनस 1। सो आंसर फर्स्ट। सो आ भी एक थोड़ा फंक्शन दिता होंगे जी, इसका तुम डेरीवेटिव जो कढ़ोगे इन्हें बन जाना जी 2x माइनस 5। तो जो तुम इसकी 10 ते वैल्यू ली, सो 2 इंटू 10 minus 5, so 20 minus 5 15। so your answer is this one। so बेटा ये सी अज का लैक्चर। सो नैक्सट लैक्चर के जिहड़े टॉपिक रह गए वो आप डिस्कस करांगे। सो थैंक यू फॉर वाचिंग बेटा।